ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਇਤਿਹਾਸ ਵਿੱਚ ਅਨੇਕਾਂ ਅਜਿਹੀਆਂ ਔਰਤਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਧਰਮ ਅਤੇ ਹੋਰ ਕਈ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਜੋ ਬੇਮਿਸਾਲ ਹੈ। ਮੈਂ ਅਜੋਕੇ ਸਮੇਂ ਦੀ ਇੱਕ ਸਿੱਖ ਔਰਤ ਦਾ ਜ਼ਿਕਰ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਸਿੱਖੀ ਸਰੂਪ ਅਤੇ ਸਿੱਖ ਫਲਸਫੇ ਅਨੁਸਾਰ ਆਪਣੇ ਜੀਵਨ ਵਿੱਚ ਘਾਲਣਾ ਕੀਤੀ ਅਤੇ ਕਿਵੇਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਹਰ ਔਕੜ ਦੇ ਸਮੇਂ ਵਿੱਚ ਅਗਵਾਈ ਬਖਸ਼ੀ। ਉਹਨਾਂ ਦਾ ਨਾਮ ਹੈ ਬੀਬੀ ਮਨਦੀਪ ਕੌਰ, ਦਸਤਾਰ ਵਾਲੀ ਬੀਬੀ। ਬੀਬੀ ਮਨਦੀਪ ਕੌਰ ਜੀ ਪੰਜਾਬ ਦੇ ਪਿੰਡ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਜੰਮਪਲ ਹਨ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਦੇ ਨਾਲ ਹੀ ਕੀਰਤਨ ਕਰਨਾ ਅਤੇ ਗੁਰਮਤਿ ਵਾਲਾ ਜੀਵਨ ਆਪਣੀ ਮਾਤਾ ਜੀ ਦੀ ਪ੍ਰੇਰਨਾ ਸਦਕਾ ਸ਼ੁਰੂ ਕੀਤਾ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਅਵਲ ਦਰਜੇ ਵਿੱਚ ਪੂਰੀ ਕੀਤੀ ਅਤੇ ਫਿਰ PAU ਵਿੱਚ BTech ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਿੱਚ ਕੀਰਤਨ ਕਰਦੇ ਰਹੇ ਅਤੇ ਆਪਣੀ ਪੜ੍ਹਾਈ ਵਿੱਚ ਮੱਲਾਂ ਮਾਰੀਆਂ। ਗੁਰਮਤਿ ਦੇ ਧਾਰਨੀ ਹੋਣ ਕਰਕੇ ਉਹ ਹਰ ਵੇਲੇ ਆਪਣੇ ਸਿਰ ਉੱਪਰ ਦੁਪੱਟਾ ਸਜਾਈ ਰੱਖਦੇ। ਇਸ ਕਰਕੇ ਉਹਨਾਂ ਨੂੰ ਸਾਡੇ ਅੱਜ ਕੱਲ੍ਹ ਦੇ ਸਮਾਜਿਕ ਵਰਤਾਰੇ ਦਾ ਸਾਹਮਣਾ ਕਰਨਾ ਪਿਆ, ਜਿਵੇਂ ਕਿ ਮੁੰਡਿਆਂ ਵੱਲੋਂ ਉਹਨਾਂ ਨੂੰ ਬਾਬਾ ਜੀ ਆ ਗਏ, ਵਾਹਿਗੁਰੂ ਜੀ ਵਰਗੇ ਸ਼ਬਦਾਂ ਨਾਲ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕਰਨੀ। ਉਹਨਾਂ ਦੀਆਂ ਦੋਸਤ ਕੁੜੀਆਂ ਵੱਲੋਂ ਉਹਨਾਂ ਨੂੰ ਇਹ ਕਹਿਣਾ ਕਿ ਇਸ ਨੇ 4 ਦਿਨ ਨਹੀਂ ਕੱਟਣੇ, ਇਹਨੂੰ ਇੱਥੋਂ ਜਾਣਾ ਪੈਣਾ। ਬਟ ਬੀਬੀ ਮਨਦੀਪ ਕੌਰ ਨੇ ਉਹਨਾਂ ਗੱਲਾਂ ਦਾ ਬੁਰਾ ਨਾ ਮਨਾਉਂਦੇ ਹੋਏ ਵਾਹਿਗੁਰੂ ਜੀ ਉੱਪਰ ਦ੍ਰਿੜਤਾ ਅਤੇ ਭਰੋਸਾ ਕਾਇਮ ਰੱਖਿਆ ਅਤੇ ਸੋਚਣਾ ਕਿ ਕੋਈ ਨਹੀਂ, ਇਹ ਸਾਨੂੰ ਗੁਰੂ ਜੀ ਦੇ ਨਾਲ ਹੀ ਬੁਲਾਉਂਦੇ ਨੇ, ਸਗੋਂ ਮਾਣ ਮਹਿਸੂਸ ਕਰਨਾ। ਜਿਸ ਸਮੇਂ ਉਹਨਾਂ ਦੀਆਂ ਹੋਰ ਦੋਸਤ ਕੁੜੀਆਂ ਹੋਰ ਮਾਡਰਨ ਚੀਜ਼ਾਂ ਵੱਲੋਂ ਧਿਆਨ ਦਿੰਦੀਆਂ ਸੀ, ਬੀਬਾ ਜੀ ਉਸ ਸਮੇਂ ਕੀਰਤਨ ਕਰਦੇ ਸਨ। ਕੀਰਤਨ ਕਰਨਾ ਅਤੇ ਗੁਰੂ ਸਾਹਿਬ ਜੀ ਉੱਪਰ ਆਪਣਾ ਪੂਰਾ ਭਰੋਸਾ ਰੱਖਣ ਨਾਲ ਇਹਨਾਂ ਦਾ ਪੜ੍ਹਾਈ ਵਿੱਚ ਵੀ ਜ਼ਿਆਦਾ ਫੋਕਸ ਹੋ ਜਾਣਾ ਅਤੇ ਹੋਰਨਾਂ ਨਾਲੋਂ ਥੋੜ੍ਹੇ ਸਮੇਂ ਵਿੱਚ ਪੜ੍ਹਾਈ ਹੋ ਜਾਣੀ। ਫਿਰ ਇਹ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਦ੍ਰਿੜ, ਗੁਰੂ ਦੇ ਪਿਆਰ ਨਾਲ ਭਰੇ ਹੋਏ ਚੜ੍ਹਦੀ ਕਲਾ ਵਿੱਚ ਆਪਣੀ ਮੰਜ਼ਿਲ ਵੱਲ ਵਧਦੇ ਗਏ। ਹੁਣ ਇਹਨਾਂ ਦੀ BTech ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ। ਫਿਰ ਯੂਨੀਵਰਸਿਟੀ ਵਿੱਚ ਹੀ ਇੱਕ ਜੌਬ ਨਿਕਲਦੀ ਹੈ ਅਤੇ ਬੀਬਾ ਜੀ ਨੇ ਉਸ ਜੌਬ ਵਾਸਤੇ ਅਪਲਾਈ ਕੀਤਾ। ਉਹ ਆਪਣੀ ਪੜ੍ਹਾਈ ਦੇ ਖਰਚੇ ਲਈ ਟਿਊਸ਼ਨ ਵੀ ਪੜ੍ਹਾਉਂਦੇ ਸੀ ਅਤੇ ਚਾਹੁੰਦੇ ਸੀ ਕਿ ਇਹ ਜੌਬ ਵੀ ਮਿਲ ਜਾਵੇ, ਪਰ ਉਹਨਾਂ ਨੂੰ ਇਹ ਜੌਬ ਨਹੀਂ ਮਿਲੀ। ਫਿਰ ਇਸ ਤੋਂ ਬਾਅਦ ਇਹਨਾਂ ਨੂੰ MTech ਵਿੱਚ ਐਡਮਿਸ਼ਨ ਮਿਲ ਗਈ। ਇਸੇ ਦੌਰਾਨ ਫਿਰ ਉਸੇ ਕੰਪਨੀ ਵੱਲੋਂ ਸੇਮ ਜੌਬ ਨਿਕਲਦੀ ਹੈ ਅਤੇ ਬੀਬਾ ਜੀ ਨੇ ਫਿਰ ਇਸ ਜੌਬ ਲਈ ਅਪਲਾਈ ਕੀਤਾ। ਹੁਣ ਟੈਕਨੀਕਲੀ ਇਹ ਜੌਬ ਇਹਨਾਂ ਦੀ ਪੱਕੀ ਸੀ, ਕਿਉਂਕਿ ਹੋਰ ਕਿਸੇ ਨੇ ਇਸ ਜੌਬ ਲਈ ਅਪਲਾਈ ਨਹੀਂ ਕੀਤਾ ਸੀ। ਇਹਨਾਂ ਦੀ ਇੰਟਰਵਿਊ ਵੀ ਵਧੀਆ ਹੋ ਗਈ ਸੀ ਅਤੇ ਪੂਰਾ ਵਿਸ਼ਵਾਸ ਸੀ ਕਿ ਇਹ ਜੌਬ ਪੱਕੀ ਹੈ, ਪਰ ਇਹ ਜੌਬ ਇਹਨਾਂ ਨੂੰ ਨਹੀਂ ਮਿਲੀ। ਉਸੇ ਕੰਪਨੀ ਵਿੱਚ ਇਹਨਾਂ ਦੀ ਇੱਕ ਦੋਸਤ ਕੰਮ ਕਰਦੀ ਸੀ ਅਤੇ ਇਹਨਾਂ ਨੇ ਉਸ ਨੂੰ ਪੁੱਛਿਆ ਕਿ ਹੁਣ ਤਾਂ ਕੋਈ ਹੋਰ ਕਾਰਨ ਨਹੀਂ ਸੀ ਕਿ ਇਹ ਜੌਬ ਮਿਲੀ ਨਹੀਂ, ਕਿਉਂਕਿ ਕਿਸੇ ਹੋਰ ਨੇ ਅਪਲਾਈ ਨਹੀਂ ਸੀ ਕੀਤਾ। ਤਾਂ ਇਹਨਾਂ ਦੀ ਦੋਸਤ ਨੇ ਝਿਜਕਦੇ ਹੋਏ ਦੱਸਿਆ ਕਿ ਤੇਰੀ ਇੰਟਰਵਿਊ ਵਿੱਚ ਕੋਈ ਕਮੀ ਨਹੀਂ ਸੀ, ਸਕੋਰ ਵੀ ਵਧੀਆ ਸੀ, ਬਟ ਇੱਕ ਹੀ ਪ੍ਰੋਬਲਮ ਸੀ ਕਿ ਤੇਰੇ ਸਿਰ ਉੱਪਰ ਚੁੰਨੀ ਸੀ, ਤੇਰਾ ਸਿਰ ਢੱਕ ਗਿਆ ਸੀ, ਤੂੰ ਸੂਟ ਪਾਇਆ ਸੀ ਅਤੇ ਉਹਨਾਂ ਨੂੰ ਇਹ ਪਰਵਾਹ ਨਹੀਂ ਹੈ। ਯੂ ਕਮ ਬੈਕ ਅਗੇਨ, ਤੂੰ ਆਪਣਾ ਰੁਤਬਾ ਚੇਂਜ ਕਰ ਲੈ, ਲੁੱਕ ਚੇਂਜ ਕਰ ਲੈ, ਪੁੱਟ ਯੂਰ ਹੇਅਰ ਡਾਊਨ, ਆਪਣੇ ਵਾਲ ਖੋਲ ਕੇ ਆ ਜਾ, ਤਾਂ ਜੌਬ ਤੇਰੀ ਪੱਕੀ ਹੈ। ਫਿਰ ਬੀਬਾ ਜੀ ਨੇ ਆਪਣੀ ਫਰੈਂਡ ਨੂੰ ਕਿਹਾ, ਖਸਮਾਂ ਨੂੰ ਖਾਏ ਇਹੋ ਜਿਹੀ ਜੌਬ, ਅਸੀਂ ਨਹੀਂ ਕਰਨੀ ਇਹੋ ਜਿਹੀ ਜੌਬ। ਫਿਰ ਥੋੜ੍ਹੇ ਸਮੇਂ ਬਾਅਦ ਹੀ ਇਹਨਾਂ ਨੂੰ ਯੂਨੀਵਰਸਿਟੀ ਵਿੱਚ ਇੱਕ ਰਿਸਰਚ ਫੈਲੋ ਦੀ ਜੌਬ ਮਿਲ ਗਈ, ਜੋ ਕਿ ਪਹਿਲਾਂ ਵਾਲੀ ਜੌਬ ਨਾਲੋਂ ਕਿਤੇ ਜ਼ਿਆਦਾ ਵਧੀਆ ਸੀ। ਹੁਣ ਗੁਰੂ ਜੀ ਦੀ ਕਿਰਪਾ ਨਾਲ MTech ਪੂਰੀ ਹੋ ਚੁੱਕੀ ਸੀ ਅਤੇ ਇਹਨਾਂ ਨੂੰ ਬਰਮਿੰਘਮ ਯੂਨੀਵਰਸਿਟੀ UK ਵਿੱਚ MPhil ਲਈ ਐਡਮਿਸ਼ਨ ਮਿਲ ਗਈ। MPhil ਦੇ ਪਹਿਲੇ ਸਾਲ ਦੌਰਾਨ ਵਾਹਿਗੁਰੂ ਜੀ ਦੀ ਇੱਕ ਕਲਾ ਵਰਤਦੀ ਹੈ ਅਤੇ ਇੱਕ ਨਵੇਕਲੀ ਜੌਬ ਨਿਕਲਦੀ ਹੈ ਜੋ ਕਿ ਪਹਿਲਾਂ ਕਦੇ ਮੌਜੂਦ ਹੀ ਨਹੀਂ ਸੀ। ਇਹ ਜੌਬ ਬ੍ਰਿਟਿਸ਼ ਹਿਸਟਰੀ ਵਿੱਚ ਪਹਿਲੀ ਜੌਬ ਸੀ। ਇਹ ਜੌਬ ਸਿੱਖ ਫੌਜੀਆਂ ਅਤੇ ਉਹਨਾਂ ਦੇ ਡਿਪੈਂਡੈਂਟਸ ਜਿਵੇਂ ਕਿ ਪਰਿਵਾਰ ਅਤੇ ਬੱਚਿਆਂ ਨੂੰ ਉਹਨਾਂ ਦੇ ਧਰਮ ਦੀ ਲੋੜ ਮਹਿਸੂਸ ਕਰਦਿਆਂ ਬ੍ਰਿਟਿਸ਼ ਰਾਇਲ ਏਅਰ ਫੋਰਸ ਨੇ
ਇਹ ਜੌਬ ਨਵੀਂ ਕ੍ਰੀਏਟ ਕੀਤੀ ਸੀ। ਬ੍ਰਿਟਿਸ਼ ਰਾਇਲ ਏਅਰ ਫੋਰਸ ਵਿੱਚ ਪਹਿਲਾਂ ਸਿਰਫ ਕ੍ਰਿਸਚੀਅਨਸ ਲਈ ਹੀ ਚੈਪਲਨ ਦੀ ਵਿਵਸਥਾ ਸੀ। ਸਿੱਖ, ਹਿੰਦੂਜ਼ ਅਤੇ ਮੁਸਲਿਮ ਦੇ ਲਈ ਇਹ ਵਿਵਸਥਾ ਨਹੀਂ ਸੀ। ਇਸ ਜੌਬ ਦੇ ਲਈ ਇਹ ਉਸ ਕ੍ਰਾਈਟੇਰੀਆ ਦੇ ਵਿੱਚ ਨਹੀਂ ਸਨ, ਜਿਵੇਂ ਕਿ 5 ਸਾਲ ਯੂਕੇ ਵਿੱਚ ਆਇਆਂ ਨੂੰ ਹੋਣੇ ਚਾਹੀਦੇ ਨੇ, ਏਜ ਮੈਚ ਕਰਨੀ ਹੋਣੀ ਚਾਹੀਦੀ ਹੈ, ਪਰ ਫਿਰ ਵੀ ਇਹਨਾਂ ਨੇ ਇਸ ਜੌਬ ਲਈ ਅਪਲਾਈ ਕੀਤਾ। ਫਿਰ ਇੰਟਰਵਿਊ ਹੋਈ ਅਤੇ ਬਾਅਦ ਵਿੱਚ ਇੰਟਰਵਿਊ ਦੇ ਪੈਨਲ ਮੈਂਬਰਸ ਵਿੱਚੋਂ ਇੱਕ ਮੈਂਬਰ ਨੇ ਇਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਮੈਨੂੰ ਇਹ ਅਲਾਉਡ ਨਹੀਂ ਹੈ ਕਿ ਮੈਂ ਤੁਹਾਨੂੰ ਫੋਨ ਕਰਕੇ ਦੱਸਾਂ, ਪਰ ਮੇਰੇ ਤੋਂ ਰਹਿ ਨਹੀਂ ਹੋ ਰਿਹਾ, ਇਸ ਲਈ ਫਿਰ ਵੀ ਮੈਂ ਦੱਸ ਰਿਹਾ ਹਾਂ ਕਿ ਯੂ ਵਰ ਦਾ ਬੈਸਟ ਕੈਂਡੀਡੇਟ ਟੁਡੇ। ਪਰ ਇਹਨਾਂ ਨੂੰ ਇਹ ਯਾਦ ਆਉਂਦਾ ਹੈ, ਜੋ ਇਹ ਭੁੱਲ ਚੁੱਕੇ ਸਨ, ਕਿ ਪਿਛਲੀ ਵਾਰ ਇਹੀ ਪਹਿਰਾਵੇ ਕਰਕੇ, ਕੇਸਾਂ ਕਰਕੇ, ਚੁੰਨੀ ਕਰਕੇ ਇਹ ਕਿਹਾ ਗਿਆ ਸੀ ਕਿ ਇਹ ਜੌਬ ਨਹੀਂ ਮਿਲਣੀ, ਪਰ ਹੁਣ ਇਸੇ ਪਹਿਰਾਵੇ ਕਰਕੇ ਹੀ ਮੈਨੂੰ ਇਹ ਜੌਬ ਮਿਲੀ ਹੈ, ਜਿਵੇਂ ਚੁੰਨੀ ਨੇ ਹੀ ਇਹ ਜੌਬ ਕ੍ਰੀਏਟ ਕੀਤੀ ਹੋਵੇ। ਪਰ ਹੁਣ ਇਸ ਜੌਬ ਦੀ ਜ਼ਿੰਮੇਵਾਰੀ ਬਹੁਤ ਵੱਡੀ ਸੀ। ਇਹ ਜੌਬ ਧਰਮ ਪ੍ਰਚਾਰ ਵਿੱਚ ਕਨਵਰਟ ਹੋ ਚੁੱਕੀ ਸੀ। ਪ੍ਰਚਾਰ ਵਾਸਤੇ ਗੁਰੂ ਸਾਹਿਬ ਜੀ ਨੇ ਅਨੇਕਾਂ ਮੁਲਕਾਂ ਵਿੱਚ ਸੇਵਾ ਲਈ, ਜੋ ਕਿ ਤੁਸੀਂ ਇਹਨਾਂ ਦੀਆਂ ਯੂਟਿਊਬਸ ਉੱਪਰ ਵੀਡੀਓ ਦੇਖ ਸਕਦੇ ਹੋ, ਅਤੇ ਉਹ ਲਗਾਤਾਰ ਇਹ ਸੇਵਾ ਕਰ ਰਹੇ ਨੇ। ਇਸ ਦੌਰਾਨ ਇਹਨਾਂ ਦੀਆਂ ਵਧੀਆ ਸੇਵਾਵਾਂ ਕਰਕੇ ਕੁਈਨ ਐਲਿਜ਼ਬeth ਵੱਲੋਂ ਇਹਨਾਂ ਨੂੰ ਇੰਗਲੈਂਡ ਦਾ ਇੱਕ ਸਪੈਸ਼ਲ ਅਵਾਰਡ ਮੈਂਬਰ ਆਫ ਬ੍ਰਿਟਿਸ਼ ਇੰਪਾਇਰ MBE, ਜੋ ਕਿ ਕੁਈਨਸ ਦੇ ਅਵਾਰਡ, ਜਿਸ ਨੂੰ ਕਿ ਕੁਈਨਸ ਅਵਾਰਡ ਵੀ ਕਿਹਾ ਜਾਂਦਾ ਹੈ, ਉਹਨਾਂ ਨੂੰ ਚੁਣਿਆ ਗਿਆ। ਇਸ ਦੀ ਸੈਰੇਮਨੀ ਬਿਕਹੈਮ ਪੈਲੇਸ ਵਿੱਚ ਹੋਈ। ਇਸੇ ਸੈਰੇਮਨੀ ਲਈ ਜਦੋਂ ਇਹਨਾਂ ਨੂੰ ਦੋਸਤਾਂ ਦੇ ਫੋਨ ਆਏ ਤਾਂ ਸਾਰਿਆਂ ਨੇ ਇੱਕੋ ਸਵਾਲ ਹਾਈਲਾਈਟ ਕੀਤਾ ਕਿ ਡਰੈਸ ਖਰੀਦ ਲਈ, ਪਰ ਬੀਬਾ ਜੀ ਨੇ ਇਸ ਸੈਰੇਮਨੀ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ੇ ਬਾਣੇ ਨੂੰ ਹੀ ਤਰਜੀਹ ਦਿੱਤੀ ਅਤੇ ਦਸਤਾਰ ਵੀ ਸਜਾਈ। ਉੱਥੇ ਤਕਰੀਬਨ 50 ਅਵਾਰਡੀਜ਼ ਵਿੱਚੋਂ ਇਹ ਇਕੱਲੇ ਹੀ ਸਿੱਖ ਅਤੇ ਆਪਣੇ ਵਿਲੱਖਣ ਪਹਿਰਾਵੇ ਵਿੱਚ ਸਨ। ਇਹਨਾਂ ਦੇ ਦੱਸਣ ਮੁਤਾਬਕ ਉੱਥੇ ਮੌਜੂਦ ਹਰੇਕ ਵਿਅਕਤੀ ਨੇ ਸਪੈਸ਼ਲ ਕੋਲ ਆ ਕੇ ਇਹਨਾਂ ਦੀ ਡਰੈਸ ਲਈ ਕੰਪਲੀਮੈਂਟ ਕੀਤਾ ਅਤੇ ਕਿਹਾ ਕਿ ਯੂ ਆਰ ਲੁਕਿੰਗ ਬਿਊਟੀਫੁਲ। ਬੀਬੀ ਮਨਦੀਪ ਕੌਰ ਜੀ ਹੁਣ ਬ੍ਰਿਟਿਸ਼ ਏਅਰ ਫੋਰਸ ਵਿੱਚ ਫਲਾਈਟ ਲੈਫਟੀਨੈਂਟ ਦੀ ਸੇਵਾ ਵਜੋਂ ਆਪਣੀ ਭੂਮਿਕਾ ਨਿਭਾ ਰਹੇ ਨੇ। ਮੈਂ ਇਹਨਾਂ ਨੂੰ ਆਪਣੇ ਅੱਜ ਦੇ ਵਿਸ਼ੇ ਲਈ ਇਸ ਕਰਕੇ ਚੁਣਿਆ ਕਿ ਸ਼ਾਇਦ ਕਿਤੇ ਨਾ ਕਿਤੇ ਸਾਡੇ ਸਮਾਜ ਵਿੱਚ ਇੱਕ ਧਾਰਨਾ ਬਣ ਚੁੱਕੀ ਹੈ ਕਿ ਸਿੱਖੀ ਧਾਰਨ ਕਰਨਾ ਇੱਕ ਬੰਧਨ ਹੈ, ਪਰ ਮੈਨੂੰ ਇਹਨਾਂ ਦੇ ਜੀਵਨ ਵਿੱਚ ਇੱਕ ਅਜੀਬ ਤਰ੍ਹਾਂ ਦੀ ਆਜ਼ਾਦੀ ਦਾ ਅਹਿਸਾਸ ਹੁੰਦਾ ਹੈ। ਸਾਨੂੰ ਆਪਣੇ ਜੀਵਨ ਵਿੱਚ ਧਰਮ ਨੂੰ ਪਹਿਲ ਦੇ ਆਧਾਰ 'ਤੇ ਰੱਖਣਾ ਚਾਹੀਦਾ ਹੈ, ਤਾਂ ਹੀ ਅਸੀਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਸਕਦੇ ਹਾਂ। ਗੁਰੂ ਸਾਹਿਬ ਜੀ ਮਿਹਰ ਕਰਨ ਅਤੇ ਸਾਡੇ ਤੇ ਵੀ ਗੁਰੂ ਸਾਹਿਬ ਜੀ ਸਾਡੇ ਤੇ ਵੀ ਮਿਹਰ ਕਰਨ, ਤਾਂ ਕਿ ਅਸੀਂ ਬੀਬੀ ਮਨਦੀਪ ਕੌਰ ਜੀ ਤਰ੍ਹਾਂ ਨਿਰਭਉ ਅਤੇ ਨਿਰਵੈਰਤਾ ਵਾਲਾ ਜੀਵਨ ਜਿਉ ਸਕੀਏ। ਜਿਵੇਂ ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜੇ ਮੇਰੇ ਕੋਲੋਂ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਆਪ ਸੰਗਤ ਜੀ ਨੇ ਬਖਸ਼ ਦੇਣਾ, ਚੜ੍ਹਦੀ ਕਲਾ ਦੇ ਲਈ ਅਰਦਾਸ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਕਈ ਵਾਰੀ ਅਸੀਂ ਛੋਟੀ ਜਿਹੀ ਗੱਲ ਤੋਂ ਨਿਰਾਸ਼ ਹੋ ਜਾਂਦੇ ਹਾਂ ਕਿ ਸਾਨੂੰ ਇਹ ਮੌਕਾ ਨਹੀਂ ਮਿਲਿਆ, ਪਰ ਕਈ ਵਾਰੀ ਉਹਦੇ ਉਹਲੇ ਇੱਕ ਉਹ ਤੋਂ ਵੱਡਾ ਮੌਕਾ ਸਾਡੀ ਉਡੀਕ ਕਰ ਰਿਹਾ ਹੁੰਦਾ ਹੈ, ਜਿਸ ਤਰ੍ਹਾਂ ਕਿ ਤੁਸੀਂ ਬੀਬੀ ਮਨਦੀਪ ਕੌਰ ਬਾਰੇ ਸੁਣਿਆ ਹੈ। ਸੋ ਕਦੇ ਵੀ ਨਿਰਾਸ਼ ਨਹੀਂ ਹੋਣਾ, ਗੁਰੂ ਸਾਹਿਬ 'ਤੇ ਪੂਰਾ ਵਿਸ਼ਵਾਸ ਰੱਖ ਕੇ ਆਪਾਂ ਨੇ ਅੱਗੇ ਆਪਣੀ ਮੰਜ਼ਿਲ ਵੱਲ ਵੱਧਦੇ ਰਹਿਣਾ ਵਾ।